ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਚਿੱਤ ਆਵੈ ਉਸ ਪਾਰ ਬ੍ਰਹਮ ਦੇ ਭਾਗ 1 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਹਾਜ਼ਰ ਹੋਏ ਹਾਂ। ਇਹ ਬਾਣੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹੈ, ਜੋ ਕਿ ਸ੍ਰੀ ਰਾਗ ਦੇ ਵਿੱਚ ਲਿਖਿਆ ਹੋਇਆ ਇਹ ਸ਼ਬਦ ਹੈ। ਸ੍ਰੀ ਰਾਗ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੈ। ਇਸ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਉਸ ਕਾਦਰ, ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਤੀ ਮਨੁੱਖ ਨੂੰ ਜੋ ਹੈ ਨਤਮਸਤਕ ਹੋਣ ਲਈ ਪ੍ਰੇਰਿਆ ਹੈ। ਉਸ ਦੀ ਓਟ ਆਸਰਾ ਲੈ ਕੇ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸ਼ੁਭ ਕਰਮ ਕਰਨ ਦੇ ਲਈ ਪ੍ਰੇਰਨਾ ਦਿੰਦੇ ਹੋਏ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਜਾ ਕਉ ਮੁਸ਼ਕਲ ਅਤ ਬਣੈ, ਕਿ ਹੇ ਜੀਵ, ਹੇ ਮਨੁੱਖ, ਜਦੋਂ ਤੇਰੇ ਉੱਤੇ ਕੋਈ ਭੀੜ, ਮੁਸ਼ਕਲ, ਕੋਈ ਮੁਸੀਬਤ ਦਾ ਸਮਾਂ ਆਉਂਦਾ ਹੈ, ਅਤ ਬਣੈ ਭਾਵ ਮੁਸੀਬਤ ਵੀ ਆਏ ਔਰ ਅਤ ਦੀ ਮੁਸੀਬਤ ਜਿਸ ਤੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਵੇ, ਢੋਈ ਕੋਈ ਨਾ ਦੇ। ਅਤੇ ਉਸ ਨਾ ਖੁਸ਼ਗਵਾਰ ਵਕਤ ਦੇ ਵਿੱਚ ਜਦੋਂ ਢੋਈ ਦੇਣ ਵਾਲਾ ਤੇਰਾ ਸਹਾਰਾ, ਕੋਈ ਆਸਰਾ ਬਣਨ ਵਾਲਾ ਵੀ ਇਸ ਦੁਨੀਆ 'ਤੇ ਤੈਨੂੰ ਨਜ਼ਰ ਨਹੀਂ ਆਉਂਦਾ ਕੋਈ, ਲਾਗੂ ਹੋਏ ਦੁਸ਼ਮਣਾ ਸਾਕ ਭੀ ਭੱਜ ਖਲੇ। ਲਾਗੂ ਹੋਏ ਦੁਸ਼ਮਣਾ ਵੀ ਦੁਸ਼ਮਣ ਜਿਹੜੇ ਵੈਰੀ ਜੋ ਨੇ, ਦੁਸ਼ਮਣ ਜੋ ਨੇ, ਉਹ ਤੇਰੇ 'ਤੇ ਹਾਵੀ ਹੋ ਜਾਣ, ਤੇਰਾ ਨਿਰੰਤਰ ਸ਼ੋਸ਼ਣ ਕਰਨ, ਸਾਕ ਵੀ ਭੱਜ ਖਲੇ। ਇਸ ਨਾ ਖੁਸ਼ਗਵਾਰ ਸਥਿਤੀ ਦੇ ਵਿੱਚ ਤੇ ਉਹਨਾਂ ਦੁਸ਼ਮਣਾਂ ਤੋਂ ਤੇਰਾ ਬਚਾਅ ਕਰਨ ਦੇ ਲਈ ਜਿਨ੍ਹਾਂ ਸੰਗੀ ਸਾਥੀਆਂ ਦੇ ਆਸਰੇ ਜੋ ਤੂੰ, ਜਿਨ੍ਹਾਂ ਸੰਗੀਆਂ ਸਾਥੀਆਂ ਨੂੰ ਤੂੰ ਆਪਣੇ ਸਮਝਦਾ ਸੈਂ, ਉਹ ਵੀ ਤੇਰੇ ਵੱਲੋਂ ਮੂੰਹ ਮੋੜ ਜਾਣ, ਭੱਜ ਜਾਣ, ਪਿੱਛਾ ਦੇ ਜਾਣ ਤੈਨੂੰ। ਸਭੈ ਭੱਜੈ ਆਸਰਾ, ਇੱਥੋਂ ਤੱਕ ਕਿ ਦੁਨੀਆ ਦੇ ਵਿੱਚ ਜੋ ਵੀ ਲੋਕ ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਹੈ, ਜੋ ਵੀ ਦੁਨਿਆਵੀ ਆਸਰੇ ਹਨ, ਉਹ ਵੀ ਤੇਰੇ ਖਤਮ ਹੋ ਜਾਣ। ਚੁੱਕੈ ਸਭ ਅਸਰਾਓ, ਕੋਈ ਵੀ ਇਸ ਸੰਸਾਰ ਦੇ ਵਿੱਚ ਤੇਰਾ ਮਦਦ ਕਰਨ ਵਾਲਾ ਕੋਈ ਬੌੜੇ ਨਾ, ਤੈਨੂੰ ਕਿਸੇ ਤੋਂ ਕੋਈ ਆਸ ਹੀ ਨਾ ਰਹਿ ਜਾਵੇ। ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਇਸ ਸੰਕਟ ਭਰੀ ਘੜੀ ਦੇ ਵਿੱਚ ਜਦੋਂ ਜੀਵ ਦਿਲੋਂ ਜੋ ਹੈ ਆਪਣੇ ਚਿੱਤ ਦੇ ਵਿੱਚ ਆਪਣੇ ਅੰਤਰ ਧਿਆਨ ਹੋ ਕੇ ਅੰਤਰ ਮਨ ਦੇ ਵਿੱਚ ਉਸ ਸਰਵ ਸ਼ਕਤੀਮਾਨ ਕਾਦਰ ਨੂੰ, ਕੁਦਰਤ ਨੂੰ, ਪਰਮਾਤਮਾ ਨੂੰ ਯਾਦ ਕਰਦਾ ਹੈ, ਸਿਮਰਦਾ ਹੈ, ਅਰਾਧਦਾ ਹੈ, ਲੱਗੈ ਨਾ ਤਤੀ ਵਾਓ, ਤਾਂ ਕਸ਼ਟ ਤਾਂ ਆਉਣਾ ਦੂਰ ਦੀ ਗੱਲ ਹੈ, ਤੈਨੂੰ ਹਵਾ ਦਾ ਗਰਮ ਝੋਂਕਾ ਵੀ ਜਿਹੜਾ ਹੈ, ਗਰਮ ਹਵਾ ਦਾ ਬੁੱਲਾ ਵੀ ਜਿਹੜਾ ਹੈ, ਤੇਰਾ ਕੁਝ ਵਿਗਾੜ ਨਹੀਂ ਸਕਦਾ। ਕਦੋਂ? ਜਦੋਂ ਤੂੰ ਇੱਕ ਮਨ ਇੱਕ ਚਿੱਤ ਹੋ ਕੇ ਉਸ ਕਾਦਰ 'ਤੇ, ਉਸ ਕੁਦਰਤ 'ਤੇ ਵਿਸ਼ਵਾਸ ਕਰਦਾ ਹੈ, ਭਾਵ ਜਦੋਂ ਤੇਰਾ ਨਜ਼ਰੀਆ ਆਸ਼ਾਵਾਦੀ ਹੋ ਜਾਂਦਾ ਹੈ, ਤੇਰੀ ਸੋਚ ਸਕਾਰਾਤਮਕ ਹੋ ਕੇ ਢਹਿੰਦੀ ਕਲਾ ਦੇ ਵਿੱਚ ਵੀ ਤੂੰ ਆਪਣੀ ਸੋਚ ਨੂੰ ਜੋ ਹੈ ਹਾਂ ਪੱਖੀ ਰੱਖਦਾ ਹੈ, ਸਕਾਰਾਤਮਕ ਰੱਖਦਾ ਹੈ, ਤਾਂ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੋ ਜਿਹੀ ਸੋਚ ਹੁੰਦੀ ਹੈ ਉਹੋ ਜਿਹਾ ਹੀ ਵਕਤ ਸਾਡੇ ਤੇ ਆਉਂਦਾ ਹੈ। ਜੇਕਰ ਚੰਗਾ ਸੋਚਾਂਗੇ ਤਾਂ ਵਕਤ ਵੀ ਚੰਗਾ ਆਏਗਾ। ਸੋ ਇਸ ਨਾ ਖੁਸ਼ਗਵਾਰ ਸਥਿਤੀ ਦੇ ਵਿੱਚ ਜੇਕਰ ਤੂੰ ਉਸ ਕਾਦਰ ਨੂੰ, ਕੁਦਰਤ ਨੂੰ, ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਤੈਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ। ਸਾਹਿਬ ਨਿਤਾਣਿਆਂ ਕਾ ਤਾਣ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਸਾਹਿਬ ਜੋ ਹੈ, ਮਾਲਕ ਜੋ ਹੈ, ਕਰਤਾ ਧਰਤਾ ਹੈ, ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਉਹ ਜੋ ਹੈ ਨਿਤਾਣਿਆਂ ਦਾ ਕਾ ਤਾਣ, ਉਹ ਯਾਨੀ ਕਿ ਸਹਾਰਾ ਬਣਦਾ ਹੈ ਉਹਨਾਂ ਦਾ ਜੋ ਨਿਰਬਲ ਹਨ, ਨਿਰਧਨ ਹਨ, ਕਮਜ਼ੋਰ ਹਨ, ਜੋ ਉਹਨਾਂ ਦਾ ਓਟ ਆਸਰਾ ਸਹਾਰਾ ਬਣ ਕੇ ਉਹਨਾਂ ਦਾ ਸਹਾਈ ਹੁੰਦਾ ਹੈ। ਆਏ ਨਾ ਜਾਈ ਥਿਰ ਸਦਾ, ਜੋ ਕਿ ਆਵਾਗਮਨ ਦੇ ਚੱਕਰਾਂ ਵਿੱਚ ਨਹੀਂ ਪੈਂਦਾ, ਨਾ ਉਹ ਜਨਮਦਾ ਹੈ ਨਾ ਉਹ ਮਰਦਾ ਹੈ। ਥਿਰ ਸਦਾ, ਉਹ ਤਾਂ ਅਜ਼ਰ ਹੈ, ਅਮਰ ਹੈ। ਗੁਰ ਸਬਦੀ ਸੱਚ ਜਾਣ, ਔਰ ਤੇਰਾ ਉਸ 'ਤੇ ਜੋ ਜੋਤ ਸਰੂਪ ਇਸ ਸੰਸਾਰ ਦੇ ਵਿੱਚ ਰਚਿਆ ਹੋਇਆ ਹੈ, ਗੁਰੂ ਸਰੂਪ ਜੋ ਹੈ, ਜੇਕਰ ਤੂੰ ਉਸ 'ਤੇ ਵਿਸ਼ਵਾਸ ਕਰਦਾ ਹੈ, ਓਟ ਆਸਰਾ ਲੈਂਦਾ ਹੈ ਉਸਦਾ, ਉਸ ਨੂੰ ਸੱਚ ਜਾਣ ਕੇ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ, ਤਾਂ ਤੇਰੇ 'ਤੇ ਰਾਈ ਜਿੰਨੀ ਵੀ ਆਚ ਨਹੀਂ ਆ ਸਕਦੀ। ਭਾਵ ਤੂੰ ਉਸ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ, ਤੂੰ ਤਸੱਵਰ ਕਰਦਾ ਹੈ, ਕਲਪਨਾ ਕਰਦਾ ਹੈ ਕਿ ਉਹ ਤੇਰੇ ਅੰਗ ਸੰਗ ਹੈ, ਤਾਂ ਕੋਈ ਵੀ ਦੁਨਿਆਵੀ ਜੀਵ ਜੋ ਹੈ ਜਾਂ ਦੁਨਿਆਵੀ ਦੁੱਖ, ਦਰਦ, ਕਲੇਸ਼ ਜੋ ਹੈ ਤੇਰੇ 'ਤੇ ਰਾਈ ਜਿੰਨੀ ਵੀ ਆਂਚ ਨਹੀਂ ਆਉਣ ਦੇਵੇਗਾ ਉਹ ਕਾਦਰ, ਉਹ ਕੁਦਰਤ। ਰਹਾਓ, ਰਹਾਓ ਦਾ ਭਾਵ ਹੈ ਗੁਰਬਾਣੀ ਦੇ ਵਿੱਚ ਜਿੱਥੇ ਵੀ ਰਹਾਓ ਆਉਂਦਾ ਹੈ, ਇਸ ਦਾ ਮਤਲਬ ਹੈ ਠਹਿਰਾਵ। ਜੇ ਕੋ ਹੋਵੈ ਦੁਬਲਾ
ਨੰਗ ਭੁੱਖ ਕੀ ਪੀਰ। ਭਾਵ ਜੇ ਕੋਈ ਬਹੁਤ ਦੁਬਲਾ ਹੈ, ਕਮਜ਼ੋਰ ਹੈ, ਨਿਤਾਣਾ ਹੈ, ਜਿਸ ਦੇ ਵਿੱਚ ਕੁਝ ਵੀ ਕਰ ਸਕਣ ਦੀ ਸਮਰੱਥਾ ਨਹੀਂ ਹੈ, ਨੰਗਾ ਹੈ, ਭੁੱਖਾ ਹੈ, ਔਰ ਨੰਗ ਭੁੱਖ ਦੇ ਔਰ ਕਮਜ਼ੋਰੀ ਦੇ ਦੁੱਖ ਦਾ ਸਤਾਇਆ ਹੋਇਆ, ਭਾਵ ਪੀੜ, ਭਾਵ ਇਸ ਦਰਦ ਨੂੰ ਉਹ ਅਸਹਿ ਜਾਣਦਾ ਹੈ। ਦਮੜਾ ਪੱਲੇ ਨਾ ਪਵੇ, ਉਸ ਦੇ ਪੱਲੇ ਇੱਕ ਦਮੜਾ ਵੀ ਹੁੰਦਾ ਨਹੀਂ, ਢੇਲੀ ਨਹੀਂ ਹੁੰਦਾ, ਪੈਸਾ ਨਹੀਂ ਹੁੰਦਾ ਉਸ ਦੇ ਕੋਲ ਕਿ ਆਪਣੀ ਦੁਰਬਲਤਾ ਨੂੰ, ਆਪਣੀ ਕਮਜ਼ੋਰੀ ਨੂੰ ਦੂਰ ਕਰ ਸਕੇ। ਨਾ ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ। ਤਾਂ ਇਹੋ ਜਿਹੀ ਨਾ ਖੁਸ਼ਗਵਾਰ ਹਾਲਾਤ ਦੇ ਵਿੱਚ ਜਦੋਂ ਦੁਨਿਆਵੀ ਤੌਰ 'ਤੇ ਮਨੁੱਖ ਨੂੰ ਕੋਈ ਆਸਰਾ ਨਜ਼ਰ ਨਾ ਆਵੇ, ਉਹਦੇ ਪੱਲੇ ਵੀ ਕੁਝ ਨਾ ਹੋਵੇ, ਨਾ ਉਸ ਨੂੰ ਕੋਈ ਸਹਾਇਤਾ ਕਰਨ ਵਾਲਾ ਨਜ਼ਰ ਆਵੇ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਨਾ ਕੋਈ ਉਸ ਨੂੰ ਸਗੇ ਸੰਬੰਧੀ ਰਿਸ਼ਤੇਦਾਰਾਂ ਤੋਂ ਹੀ ਕੋਈ ਹੌਸਲੇ ਦੀ, ਕੋਈ ਧੀਰਜ ਦੀ, ਕੋਈ ਸਹਾਰੇ ਦੀ ਆਸ ਹੋਵੇ। ਸਵਾਰਥ ਸੁਆਓ ਨਾ ਕਰੈ, ਨੈ ਕੋ ਕਰੈ, ਨਾ ਕਿਛੁ ਹੋਵੇ ਕਾਜ। ਕਿਉਂਕਿ ਸਵਾਰਥ ਵਸ ਹੋ ਕੇ ਅਜਿਹਾ ਜੀਵ ਜੋ ਹੈ, ਉਸ ਨੂੰ ਦੁਨਿਆਵੀ ਲੋਕਾਂ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਆਸ ਨਾ ਹੋਵੇ, ਕਿਉਂਕਿ ਇਸ ਦੁਨੀਆ ਦੇ ਵਿੱਚ ਹਰ ਕੋਈ ਸਵਾਰਥੀ ਹੈ, ਆਪਣੇ ਮਤਲਬ ਦੇ ਲਈ ਕਿਸੇ ਦੇ ਲਾਗੇ ਲੱਗਦਾ ਹੈ, ਅਤੇ ਕਿਸੇ ਤੋਂ ਕੋਈ ਆਸ ਨਾ ਹੋਵੇ। ਸਵਾਰਥ ਸੁਆਓ ਨਾ ਕੋ ਕਰੇ, ਨਾ ਤਾਂ ਕੋਈ ਸਵਾਰਥ ਵਸ ਉਸ ਦਾ ਭਲਾ ਹੀ ਕਰ ਸਕਦਾ ਹੋਵੇ, ਨਾ ਉਸ ਦੇ ਹਿਰਦੇ ਦੇ ਵਿੱਚ ਹੀ ਅਜਿਹਾ ਭਾਵ ਪੈਦਾ ਹੋਏ ਕਿ ਉਹ ਕਿਸੇ ਤੋਂ ਸਹਾਇਤਾ ਮੰਗ ਸਕੇ। ਨਾ ਕਿਛੁ ਹੋਵੇ ਕਾਜ, ਨਾ ਤਾਂ ਉਸ ਦੇ ਵਿੱਚ ਕੋਈ ਕੰਮ ਕਰ ਸਕਣ ਦੀ ਖੁਦ ਵਿੱਚ ਸਮਰੱਥਾ ਹੋਵੇ, ਨਾ ਕਿਸੇ ਤੋਂ ਕਰਾ ਸਕਣ ਦੀ ਕੋਈ ਆਸ ਹੀ ਹੋਵੇ। ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਸ਼ਚਲ ਹੋਵੇ ਰਾਜ। ਅਜਿਹਾ ਮਨੁੱਖ ਜੋ ਹੈ, ਇਸ ਭੀੜ ਭਰੇ ਸਮੇਂ ਦੇ ਵਿੱਚ ਵੀ ਜੇਕਰ ਸੱਚੇ ਮਨ ਦੇ ਨਾਲ ਆਪਣੀ ਅੰਤਰ ਆਤਮਾ ਨੂੰ ਜੋ ਹੈ ਇਕਾਗਰ ਚਿੱਤ ਕਰਕੇ ਉਸ ਪ੍ਰਭੂ 'ਤੇ ਆਸ ਰੱਖਦਾ ਹੈ, ਭਾਵ ਸਿਰਫ ਕਰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਆਪਣੇ ਵੱਲੋਂ ਕੁਝ ਗਲਤ ਕਰਮ ਨਹੀਂ ਕਰਦਾ, ਆਪਣੀ ਸੋਚ ਸਿੱਧੀ ਰੱਖਦਾ ਹੈ, ਆਪਣਾ ਨਜ਼ਰੀਆ ਜੋ ਹੈ ਉਹ ਹਾਂ ਪੱਖੀ ਰੱਖਦਾ ਹੈ, ਉਸ ਪਾਰ ਬ੍ਰਹਮ, ਉਸ ਸ੍ਰਿਸ਼ਟੀ ਦੇ ਰਚੈਤਾ 'ਤੇ ਜੋ ਹੈ ਵਿਸ਼ਵਾਸ ਰੱਖਦਾ ਹੈ ਕਿ ਅਜਿਹੀ ਸਥਿਤੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਚਿੱਤ ਆਵੇ ਉਸ ਪਾਰ ਬ੍ਰਹਮ, ਕਿ ਜਦੋਂ ਅਜਿਹੀ ਸਥਿਤੀ ਦੇ ਵਿੱਚ ਜੀਵ ਨੂੰ ਜੋ ਹੈ ਦੁੱਖਾਂ ਤਕਲੀਫਾਂ ਦਾ ਜੋ ਸਤਾਇਆ ਹੋਇਆ ਹੈ, ਉਸ ਨੂੰ ਪਾਰ ਬ੍ਰਹਮ ਹਿਰਦੇ ਵਿੱਚ ਵਸਾ ਲੈਂਦਾ ਹੈ, ਪਾਰ ਬ੍ਰਹਮ ਨੂੰ ਆਪਣੇ ਮਨ ਰੂਪੀ ਮੰਦਰ ਦੇ ਵਿੱਚ ਵਸਾ ਕੇ ਉਸ 'ਤੇ ਵਿਸ਼ਵਾਸ ਕਰਦਾ ਹੈ, ਤਾਂ ਨਿਸ਼ਚਲ ਹੋਵੇ ਰਾਜ। ਪ੍ਰਭੂ ਦੀ ਮਿਹਰ ਸਦਕਾ ਜੋ ਹੈ ਇਸ ਦੁਨੀਆ ਦੇ ਉੱਤੇ ਉਸ ਨੂੰ ਰਾਜ ਭਾਗ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਕੋਈ ਅਜਿਹਾ ਜੀਵ ਜਿਸ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਘਰ ਗ੍ਰਸਥੀ ਦੀਆਂ ਚਿੰਤਾਵਾਂ ਨੇ ਘੇਰਿਆ ਹੋਵੇ, ਚਿੰਤਾ ਬਹੁਤ ਬਹੁਤ, ਯਾਨੀ ਕਿ ਇੰਨੀ ਚਿੰਤਾ ਹੋਵੇ ਜਿਸ ਦਾ ਕੋਈ ਅੰਤ ਹੀ ਨਾ ਹੋਵੇ। ਦੇਹੀ ਵਿਆਪੈ ਰੋਗ, ਕਿਉਂਕਿ ਚਿੰਤਾ ਜੋ ਹੈ ਚਿਖਾ ਬਰਾਬਰ ਹੈ। ਚਿੰਤਾ ਦੇ ਵਿੱਚ ਗ੍ਰਸਿਆ ਹੋਇਆ ਮਨੁੱਖ ਜੋ ਹੈ ਕਦੇ ਵੀ ਸ਼ਾਂਤ ਨਹੀਂ ਰਹਿ ਸਕਦਾ, ਇੱਕ ਮਨ ਇੱਕ ਚਿੱਤ ਨਹੀਂ ਹੋ ਸਕਦਾ, ਨਾ ਉਹਨੂੰ ਦਿਨੇ ਚੈਨ ਆਉਂਦਾ ਹੈ, ਨਾ ਰਾਤ ਨੂੰ ਨੀਂਦ ਆਉਂਦੀ ਹੈ, ਜਿਸ ਸਦਕਾ ਬੇਚੈਨੀ ਕਰਕੇ ਉਸ ਦੀ ਦੇਹ ਦੇ ਵਿੱਚ, ਸਰੀਰ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਵਿਆਧੀਆਂ, ਰੋਗ ਪੈਦਾ ਹੋ ਜਾਂਦੇ ਹਨ। ਗ੍ਰਸਤ ਕੁਟੁੰਬ ਪਲੇਟਿਆ, ਕਦੇ ਹਰਖ ਕਦੇ ਸੋਖ। ਔਰ ਘਰ ਗ੍ਰਸਤੀ ਦੇ, ਪਰਿਵਾਰ ਦੇ ਚੱਕਰਾਂ ਦੇ ਵਿੱਚ ਉਲਝਿਆ ਹੋਇਆ ਮਨੁੱਖ ਜੋ ਹੈ ਕਦੀ ਦੁੱਖਾਂ ਦੇ ਵਿੱਚ, ਕਦੀ ਮੁਸੀਬਤਾਂ ਦੇ ਵਿੱਚ ਫਸਿਆ ਰਹਿੰਦਾ ਹੈ ਨਿਰੰਤਰ। ਭਾਵ ਦੁਨੀਆਦਾਰੀ ਦੇ ਵਿੱਚ ਫਸਿਆ ਹੋਇਆ ਮਨੁੱਖ ਜੋ ਹੈ ਝਮੇਲਿਆਂ ਵਿੱਚ ਜਕੜਿਆ ਹੋਇਆ, ਕਈ ਤਰ੍ਹਾਂ ਦੇ ਉਸ ਨੂੰ ਜੋ ਹੈ ਦੁਨਿਆਵੀ ਦੁੱਖਾਂ ਨੂੰ ਹੰਢਾਉਣਾ ਪੈਂਦਾ ਹੈ, ਸੰਤਾਪ ਕਲੇਸ਼ ਝੱਲਣੇ ਪੈਂਦੇ ਹਨ। ਗੌਣ ਕਰੇ ਚਹੁ ਕੁੰਟਕਾ, ਘੜੀ ਨਾ ਬੈਸਣ ਸੋਏ। ਅਜਿਹੀ ਜੋ ਹੈ ਦੁਰਗਤੀ ਦੇ ਸਮੇਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਜਦੋਂ ਮਨੁੱਖ ਦੀ, ਜੀਵ ਦੀ ਆਤਮਾ ਜਿਹੜੀ ਹੈ ਗੌਣ ਕਰੇ ਚਹੁ ਕੁੰਟ ਦਾ, ਉਸ ਦਾ ਮਨ ਜੋ ਹੈ ਕਦੇ ਵੀ ਸ਼ਾਂਤ ਨਹੀਂ ਰਹਿੰਦਾ, ਹਰ ਵਕਤ ਅਸ਼ਾਂਤ ਰਹਿੰਦਾ ਹੈ, ਹਰ ਵੇਲੇ ਮਨ ਚਹੁ ਕੁੰਟਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਭਾਵ ਕਿਉਂਕਿ ਮਨੁੱਖ ਦਾ ਜੋ ਮਨ ਹੈ ਉਹ ਬੜਾ ਚੰਚਲ ਹੈ, ਉਹ ਮਨੁੱਖ ਨੂੰ ਹਮੇਸ਼ਾ ਵਿਸ਼ੇ ਵਿਕਾਰਾਂ ਦੇ ਵਿੱਚ ਭਟਕਾਈ ਰੱਖਦਾ ਹੈ, ਉਸ ਨੂੰ ਸ਼ਾਂਤ ਚਿੱਤ ਹੋ ਕੇ ਕਿਸੇ ਕੰਮ ਦੇ ਵਿੱਚ ਨਹੀਂ ਲੱਗਣ ਦਿੰਦਾ। ਔਰ ਜਦੋਂ ਕਿਸੇ ਮਨੁੱਖ ਦੇ ਵਿੱਚ ਦਾ ਕੋਈ ਕਾਰਜ ਵੀ ਸਿੱਧ ਨਾ ਹੋ ਰਿਹਾ ਹੋਵੇ, ਤੇ ਅਜਿਹੀ ਚਿੰਤਾ ਦੀ ਘੜੀ ਦੇ ਵਿੱਚ ਮਨੁੱਖ ਜੋ ਹੈ ਬਿਲਕੁਲ ਵਿਚਾਰਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਖਾਸ ਕਰਕੇ ਨਕਾਰਾਤਮਕ ਵਿਚਾਰ, ਸੋਚਾਂ ਜਿਹੜੀਆਂ ਨੇ, ਵਿਚਾਰ ਉਸ 'ਤੇ ਇੰਨੇ ਹਾਵੀ ਹੋ ਜਾਂਦੇ ਹਨ
ਕਿ ਘੜੀ ਨਾ ਬੈਸਣ ਸੋਏ। ਘੜੀ ਪਲ ਦੇ ਲਈ ਵੀ ਉਸਨੂੰ ਇੱਕ ਜਗ੍ਹਾ 'ਤੇ ਸਥਿਰ ਹੋ ਕੇ ਨਾ ਉਹ ਬੈਠ ਸਕਦਾ ਹੈ, ਨਾ ਉਹਦਾ ਮਨ ਹੀ ਕਦੀ ਸ਼ਾਂਤ ਹੁੰਦਾ ਹੈ। ਨਿਰੰਤਰ ਜੋ ਹੈ ਗਤੀਮਾਨ ਰਹਿੰਦਾ ਹੈ, ਉਲਝਿਆ ਰਹਿੰਦਾ ਹੈ। ਔਰ ਸੋਏ ਭਾਵ ਉਹ ਮਨੁੱਖ ਜਿਹੜਾ ਵਿਆਧੀਆਂ ਦਾ ਸ਼ਿਕਾਰ ਹੋਇਆ ਹੈ, ਜੋ ਦੁੱਖਾਂ ਤਕਲੀਫਾਂ ਦੇ ਵਿੱਚ ਘਿਰਿਆ ਹੋਇਆ ਹੈ, ਉਸ ਨੂੰ ਘੜੀ ਪਲ ਦੇ ਲਈ ਆਰਾਮ ਦੇ ਨਾਲ ਬੈਠਣਾ ਵੀ ਨਸੀਬ ਨਹੀਂ ਹੁੰਦਾ। ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਅਜਿਹੇ ਮਨੁੱਖ ਨੇ ਜੇਕਰ ਉਸ ਸੰਕਟ ਦੇ ਸਮੇਂ ਦੇ ਵਿੱਚ ਆਪਣੇ ਹਿਰਦੇ ਵਿੱਚ, ਚਿੱਤ ਦੇ ਵਿੱਚ ਉਸ ਪਾਰ ਬ੍ਰਹਮ ਨੂੰ ਵਸਾ ਕੇ ਮਨ ਨੂੰ ਇਕਾਗਰਚਿਤ ਕਰਕੇ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਹੈ, ਤਨ ਮਨ ਸੀਤਲ ਹੋਏ, ਤੇ ਉਸ ਦਾ ਤਨ, ਸਰੀਰ ਅਤੇ ਮਨ ਜੋ ਹੈ ਉਸ ਨੂੰ ਵੀ ਠੰਡ ਭਾਵ ਸੀਤਲਤਾਈ ਉਸ 'ਤੇ ਵਿਆਪ ਜਾਂਦੀ ਹੈ। ਭਾਵ ਉਸ ਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਚੈਨ ਆ ਜਾਂਦਾ ਹੈ। ਕਦੋਂ? ਜਦੋਂ ਮਨੁੱਖ ਦੁੱਖਾਂ ਕਲੇਸ਼ਾਂ ਦੇ ਵਿੱਚ ਫਸਿਆ ਹੋਇਆ ਵੀ ਉਸ ਕਾਦਰ ਨੂੰ, ਉਸ ਕੁਦਰਤ ਨੂੰ, ਉਸ ਸਰਵ ਸ਼ਕਤੀਮਾਨ ਜੋ ਬ੍ਰਹਮੰਡੀ ਜੋਤ ਹੈ, ਜੋ ਕਣ ਕਣ ਦੇ ਵਿੱਚ ਵਿਆਪੀ ਹੋਈ ਹੈ, ਉਸ ਦੀ ਓਟ ਆਸਰਾ ਲੈ ਕੇ ਆਪਣੇ ਮਨ ਨੂੰ ਇਕਾਗਰਚਿਤ ਕਰਕੇ ਆਪਣੇ ਆਪ ਨੂੰ ਜੋ ਹੈ ਚੰਗੇ ਕਰਮਾਂ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਤਨ ਮਨ ਜੋ ਹੈ ਉਹ ਸ਼ਾਂਤ ਹੋ ਜਾਂਦਾ ਹੈ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਜੋ ਜੀਵ ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਕਾਮ ਕ੍ਰੋਧ ਮੋਹ, ਯਾਨੀ ਕਿ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਜਿਹੜੀਆਂ ਵਿਆਧੀਆਂ ਨੇ, ਇਹਨਾਂ ਦੇ ਵਿੱਚ ਫਸਿਆ ਹੋਵੇ, ਇਹਨਾਂ ਸਾਰੀਆਂ ਵਿਆਧੀਆਂ ਨੇ ਮਨੁੱਖ ਨੂੰ ਵਸ ਵਿੱਚ ਕਰ ਰੱਖਿਆ ਹੋਵੇ। ਕਿਰਪਨ ਲੋਭ ਕਠੋਰ, ਕਿ ਇੱਥੋਂ ਤੱਕ ਕਿ ਉਹ ਮਨੁੱਖ ਜਿਹੜਾ ਹੈ ਜ਼ਰੂਰਤ ਤੋਂ ਜ਼ਿਆਦਾ ਕੰਜੂਸ, ਲੋਭੀ, ਲਾਲਚੀ ਅਤੇ ਮੋਹ ਮਾਇਆ ਦੇ ਪਿਆਰ ਦੇ ਵਿੱਚ ਫਸਿਆ ਹੋਇਆ ਹੋਵੇ। ਚਾਰੇ ਕਿਲਵਿਖ ਉਨ ਅਗ ਕੀਏ, ਇੱਥੋਂ ਤੱਕ ਕਿ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਚਾਰ ਬੱਜਰ ਪਾਪ ਜਿਹੜੇ ਨੇ ਉਸਨੇ ਕੀਤੇ ਹੋਣ। ਹੋਵਾ ਅਸੁਰ ਸੰਘਾਰ, ਭਾਵ ਵਿਸ਼ੇ ਵਿਕਾਰਾਂ ਦੇ ਵਿੱਚ ਭਟਕੇ ਹੋਏ ਇਨਸਾਨ ਨੇ ਦੁਨੀਆ ਦਾ ਕੋਈ ਵਿਕਾਰ, ਦੁਨੀਆ ਦਾ ਕੋਈ ਪਾਪ ਕਰਨੋਂ ਨਾ ਛੱਡਿਆ ਹੋਵੇ। ਅਤੇ ਅਜਿਹੇ ਦੁਰਾਚਾਰੀ ਮਨੁੱਖ ਦੀ ਜਿਹੜੀ ਸ਼ਕਲ ਹੈ, ਸੂਰਤ ਹੈ, ਹੋਵਾ ਅਸੁਰ ਸੰਘਾਰ, ਰਾਖਸ਼ਸ ਬਿਰਤੀ ਦੀ ਬਣ ਗਈ ਹੋਵੇ, ਭਾਵ ਉਹ ਰਾਖਸ਼ਾਂ ਵਰਗਾ ਨਜ਼ਰ ਆ ਰਿਹਾ ਹੋਵੇ। ਕਾਮ ਕ੍ਰੋਧ ਮੋਹ ਲੋਭ ਅਹੰਕਾਰ ਦੇ ਵਿੱਚ ਫਸਿਆ ਹੋਇਆ ਮਨੁੱਖ ਜੋ ਹੈ ਉਹ ਨਾ ਤਾਂ ਆਪਣਾ ਆਪਾ ਸਵਾਰ ਸਕਦਾ ਹੈ, ਨਾ ਉਹ ਕਿਸੇ ਨੂੰ ਹੀ ਸ਼ਾਂਤਚਿਤ ਹੋ ਕੇ ਰਹਿਣ ਦੇ ਲਈ ਉਸ, ਭਾਵ ਕਿਸੇ ਨੂੰ ਵੀ ਨਹੀਂ ਉਹ ਰਾਜੀ ਰਹਿਣ ਦਿੰਦਾ ਅਤੇ ਨਾ ਖੁਦ ਰਾਜੀ ਰਹਿ ਸਕਦਾ ਹੈ। ਔਰ ਇਹੋ ਜਿਹੇ ਅਪਰਾਧ ਕਰਦਿਆਂ ਹੋਇਆਂ ਉਸ ਮਨੁੱਖ ਦੀ ਹਾਲਤ ਜਿਹੜੀ ਹੈ ਅਸੁਰ, ਰਾਖਸ਼ਾਂ ਵਰਗੀ ਹੋ ਜਾਂਦੀ ਹੈ। ਅਤੇ ਅਜਿਹੇ ਅਸੁਰ ਬਿਰਤੀ ਵਾਲੇ ਮਨੁੱਖ ਦਾ ਜੋ ਹੈ ਸੰਘਾਰ, ਇਸ ਦੁਨੀਆ ਤੋਂ ਜੋ ਹੈ ਖਤਮ ਹੋ ਜਾਣਾ ਹੀ ਚੰਗਾ ਹੈ। ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ, ਕਿਉਂਕਿ ਇਹ ਜੀਵ ਜੋ ਹੈ ਇਹ ਦੁਨੀਆ 'ਤੇ ਭਾਰ ਹੈ, ਇਹ ਦੁਨੀਆ ਦਾ ਭਲਾ ਨਹੀਂ ਕਰ ਸਕਦਾ, ਦੁਨੀਆ ਦਾ ਵਿਨਾਸ਼ ਹੀ ਕਰਦਾ ਹੈ, ਖੁਦ ਦਾ ਵੀ ਨਾਸ਼ ਕਰਦਾ ਹੈ ਅਤੇ ਦੂਜਿਆਂ ਦਾ ਵੀ। ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਨਾ ਤਾਂ ਉਸਨੇ ਕਦੇ ਕਿਸੇ ਧਾਰਮਿਕ ਗੀਤ ਭਾਵ ਸ਼ਬਦ ਜਾਂ ਸੰਗੀਤ ਜਾਂ ਸਤਸੰਗ ਭਾਵ ਨਾ ਉਹਦਾ ਕਿਸੇ ਧਾਰਮਿਕ ਗ੍ਰੰਥ 'ਤੇ ਵਿਸ਼ਵਾਸ ਹੁੰਦਾ ਹੈ, ਨਾ ਉਸਨੇ ਕਦੀ ਗੁਰਬਾਣੀ ਨੂੰ ਸੁਣਿਆ ਹੁੰਦਾ ਹੈ, ਨਾ ਮੰਨਿਆ ਹੁੰਦਾ ਹੈ, ਨਾ ਉਸ 'ਤੇ ਅਮਲ ਕੀਤਾ ਹੁੰਦਾ ਹੈ। ਇੱਥੋਂ ਤੱਕ ਕਿ ਪੋਥੀ ਗੀਤ ਕਵਿਤ ਕੁਛ ਕਦੇ ਨਾ ਕਰਨ ਧਰਿਆ, ਕਦੀ ਕੰਨਾਂ ਦੇ ਨਾਲ ਜੋ ਹੈ ਸੁਣਿਆ ਨਾ ਹੋਵੇ ਅਤੇ ਕੰਨ ਧਰਿਆ ਵੀ ਨਾ ਹੋਵੇ, ਨਾ ਉਸ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਹੋਵੇ, ਭਾਵ ਉਹਦਾ ਚੰਗੇ ਪਾਸੇ ਕਦੀ ਮਨ ਟਿਕਿਆ ਹੀ ਨਾ ਹੋਵੇ। ਚਿੱਤ ਆਵੈ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਧਰਿਆ। ਅਜਿਹੀ ਅਸੁਰ ਬਿਰਤੀ ਵਾਲੇ ਮਨੁੱਖ ਨੂੰ ਵੀ ਜੇਕਰ ਸੱਚੇ ਦਿਲੋਂ ਉਹ ਰੱਬ, ਉਹ ਕਾਦਰ, ਉਹ ਕੁਦਰਤ, ਉਹ ਪਰਮਾਤਮਾ ਉਸ ਦੇ ਹਿਰਦੇ ਦੇ ਵਿੱਚ ਵਸ ਜਾਵੇ, ਪਰਮਾਤਮਾ ਦੀ ਮਿਹਰ ਸਦਕਾ ਉਹ ਜੀਵ ਜਿਹੜਾ ਹੈ ਉਸ ਕੁਦਰਤ ਨੂੰ, ਕਾਦਰ ਨੂੰ ਆਪਣੇ ਹਿਰਦੇ ਵਿੱਚ, ਚਿੱਤ ਵਿੱਚ ਵਸਾ ਲਵੇ, ਤਾਂ ਨਿਮਖ ਸਿਮਰਤ ਧਰਿਆ, ਤਾਂ ਉਸ ਦੁਆਰਾ ਕੀਤਾ ਗਿਆ ਨਿਮਖ ਥੋੜ੍ਹਾ ਜਿਹਾ ਸਿਮਰਤ ਭਾਵ ਆਰਾਧਨਾ, ਥੋੜ੍ਹਾ ਜਿਹਾ ਚੰਗਾ ਕਰਮ ਵੀ ਜਿਹੜਾ ਹੈ ਉਸ ਨੂੰ ਇਸ ਸੰਸਾਰਿਕ ਭਵ ਸਾਗਰ ਤੋਂ ਤਾਰ ਲੈਂਦਾ ਹੈ, ਭਾਵ ਇਹਨਾਂ ਦੁੱਖਮਈ ਪਰਿਸਥਿਤੀਆਂ ਦੇ ਵਿੱਚੋਂ, ਇਹਨਾਂ ਸੰਕਟਾਂ ਦੇ ਵਿੱਚੋਂ ਉਭਾਰ ਲੈਂਦਾ ਹੈ। ਸਾਸਤ ਸਿਮਰਤ ਬੇਦਚਾਰ ਮੁਖਾਗਰ ਵਿਚਰੇ। ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਅਜਿਹੇ ਅਸੁਰ ਬਿਰਤੀ ਵਾਲੇ ਮਨੁੱਖ ਨੇ
ਜੇਕਰ ਸ਼ਾਸਤਰ ਸਿਮਰਤੀਆਂ ਵੇਦ ਚਾਰ ਭਾਵ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਪਵਿੱਤਰ ਉਹ ਯਾਦ ਕਰ ਲਏ ਹੁਣ, ਭਾਵ ਵਿਆਦੀਆਂ ਦੇ ਵਿੱਚ ਵੀ ਗ੍ਰਸਿਆ ਹੋਇਆ ਹੈ, ਅਤੇ ਦੂਜੇ ਪਾਸੇ ਜੇਕਰ ਦੁਨਿਆਵੀ ਤੌਰ 'ਤੇ ਉਹ ਧਾਰਮਿਕ ਨਜ਼ਰ ਵੀ ਆਉਂਦਾ ਹੈ, ਭਾਵ ਉਸਨੇ ਸ਼ਾਸਤਰ ਸਿਮਰਤੀਆਂ ਵੇਦ ਗ੍ਰੰਥ ਜਿਹੜੇ ਨੇ ਚਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਜਿਹੜੇ ਨੇ ਮੁਖਾਗਰ ਵਿਚਰੇ ਮੂੰਹ ਜ਼ਬਾਨੀ ਯਾਦ ਕਰ ਲਏ ਹੋਣ, ਔਰ ਯਾਦ ਵੀ ਸਿਰਫ ਉਹਨਾਂ ਨੂੰ ਰਟਿਆ ਹੀ ਨਾ ਹੋਵੇ, ਸਗੋਂ ਇਹਨਾਂ ਦੇ ਆਧਾਰ 'ਤੇ ਜੋ ਹੈ ਤਰਕ ਕਰਨ ਦੀ, ਵਿਚਾਰ ਕਰਨ ਦੀ ਵੀ ਉਸ ਦੇ ਅੰਦਰ ਸ਼ਕਤੀ ਹੋਵੇ। ਤਪੇ ਤਪੀਸਰ ਜੋਗੀਆਂ ਤੀਰਥ ਗਮਨ ਕਰੇ, ਸਾਰੀ ਉਮਰਾ ਜੋ ਹੈ ਉਸਨੇ ਕਠਿਨ ਤਪ ਕੀਤਾ ਹੋਏ ਤਪੀਸਰਾਂ ਜੋਗੀਆਂ ਦੇ ਨਾਲ, ਭਾਵ ਕਠਿਨ ਜੋ ਜਪਤ ਸਤ ਕਰਨ ਵਾਲੇ ਜਤੀ ਸਤੀ ਲੋਕ ਨੇ, ਜਪ ਤਪ ਕਰਨ ਵਾਲੇ, ਉਹਨਾਂ ਦਾ ਉਸਨੇ ਸੰਗ ਕੀਤਾ ਹੋਵੇ। ਤੀਰਥਾਂ 'ਤੇ ਉਹ ਨਿਰੰਤਰ ਤੀਰਥ ਯਾਤਰਾ ਕਰਦਾ ਰਿਹਾ ਹੋਵੇ। ਤਪੇ ਤਪੀਸਰ ਜੋਗੀਆਂ ਤੀਰਥ ਗਮਨ ਕਰੇ, ਖੱਟ ਕਰਮਾਂ 'ਤੇ ਦੁਗਣੇ ਪੂਜਾ ਕਰਤਾ ਨਾਏ, ਭਾਵ ਖੱਟ ਕਰਮ ਜਿੰਨੇ ਵੀ ਪਵਿੱਤਰ ਕਰਮ ਨੇ ਇਸ ਸੰਸਾਰ ਦੇ ਉੱਤੇ, ਭਾਵ ਗਿਆਨ ਗ੍ਰਹਿਣ ਕਰਨਾ ਔਰ ਗਿਆਨ ਦਾ ਅੱਗੇ ਪ੍ਰਸਾਰ ਕਰਨਾ, ਭਾਵ ਚੰਗੇ ਕਰਮ ਕੀਤੇ ਹੋਣ, ਸਮਾਜ ਭਲਾਈ ਦੇ ਕਰਮ ਕੀਤੇ ਹੋਣ। ਅਜਿਹਾ ਜੀਵ ਜੋ ਹੈ ਦੁਨਿਆਵੀ ਤੌਰ 'ਤੇ ਇੱਕ ਪਵਿੱਤਰ ਕਰਮ ਕਰਨ ਵਾਲਾ ਇਨਸਾਨ ਗਿਣਿਆ ਜਾਂਦਾ ਹੋਵੇ। ਖੱਟ ਕਰਮਾਂ 'ਤੇ ਦੁਗਣੇ, ਭਾਵ ਜਿੰਨੇ ਚੰਗੇ ਕਰਮ ਨੇ ਦੁਨੀਆ ਦੇ ਉੱਤੇ ਉਹਨਾਂ ਤੋਂ ਵੀ ਦੁਗਣੇ ਉਸਨੇ ਚੰਗਿਆਈਆਂ ਕੀਤੀਆਂ ਹੋਣ, ਭਾਵ ਸਮਾਜ ਭਲਾਈ ਦੇ ਵਿੱਚ ਵੀ ਉਸਨੇ ਕੋਈ ਕਸਰ ਨਾ ਛੱਡੀ ਹੋਵੇ, ਔਰ ਭਗਤੀ ਦੇ ਵਿੱਚ ਵੀ ਜਾਂ ਪਰਉਪਕਾਰ ਦੀ ਭਾਵਨਾ ਵੀ ਉਸ ਦੇ ਵਿੱਚ ਹੋਵੇ। ਸਾਰੇ ਦੁਨਿਆਵੀ ਚੰਗੇ ਕਰਮ ਉਸਨੇ ਕੀਤੇ ਹੋਣ, ਪੂਜਾ ਪਾਠ ਅਰਾਧਨਾ ਸਭ ਕੁਝ ਨਿਰੰਤਰ ਜੋ ਹੈ ਕਰਦਾ ਆਇਆ ਹੋਵੇ, ਭਾਵ ਇਹਨਾਂ ਸ਼ੁਭ ਕਰਮਾਂ ਦੇ ਵਿੱਚ ਉਸਦਾ ਮਨ ਰਮਿਆ ਰਿਹਾ ਹੋਵੇ। ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਪਰ ਇੰਨਾ ਕੁਛ ਜੋ ਉਸਨੇ ਪਵਿੱਤਰ ਕਰਮ ਕੀਤੇ ਹਨ ਇਸ ਦੁਨੀਆ ਦੇ ਵਿੱਚ, ਇਹ ਸਿਰਫ ਦਿਖਾਵੇ ਵਜੋਂ ਕੀਤੇ ਹਨ। ਇਹ ਸੱਚੇ ਦਿਲੋਂ ਨਹੀਂ ਕੀਤੇ, ਭਾਵ ਦੀਪਕ ਤਲੇ ਹਨੇਰੇ ਵਾਲੀ ਗੱਲ ਹੋਵੇ। ਉਸਨੇ ਗੁਰਬਾਣੀ ਦਾ ਰਟਨ ਵੀ ਕਰ ਲਿਆ ਹੋਵੇ, ਸਾਰੇ ਪਵਿੱਤਰ ਕਰਮ ਵੀ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਕਰ ਰਿਹਾ ਹੋਵੇ, ਔਰ ਪਵਿੱਤਰ ਤੀਰਥ ਸਥਾਨਾਂ ਦੀ ਯਾਤਰਾ ਵੀ ਕੀਤੀ ਹੋਵੇ। ਨਿਰੰਤਰ ਸਾਰੇ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਜੇਕਰ ਉਸਨੇ ਖੁਦ ਆਪਣੇ ਅਮਲ ਨਾ ਕੀਤਾ ਹੋਵੇ, ਖੁਦ ਉਹਨਾਂ ਚੀਜ਼ਾਂ ਦੇ ਉੱਤੇ ਦੂਜਿਆਂ ਨੂੰ ਹੀ ਉਪਦੇਸ਼ ਦਿੱਤਾ ਹੋਵੇ, ਰੰਗ ਨਾ ਲੱਗੀ ਪਾਰ ਬ੍ਰਹਮ, ਪਰ ਭਾਵ ਜੋ ਕੁਝ ਕੀਤਾ ਹੈ ਉਹ ਸੱਚੇ ਦਿਲੋਂ ਨਾ ਕੀਤਾ ਹੋਵੇ, ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਵਿਖਾਵੇ ਦਾ ਧਾਰਨੀ ਹੋਵੇ ਜੇਕਰ ਕੋਈ ਸ਼ਖਸ, ਰੰਗ ਨਾ ਲੱਗੀ ਪਾਰ ਬ੍ਰਹਮ। ਅਤੇ ਅਜਿਹਾ ਜੀਵ ਜੋ ਹੈ ਉਹ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਉੱਚਾ ਦਰਜਾ, ਉੱਚਾ ਸਥਾਨ ਹਾਸਿਲ ਨਹੀਂ ਕਰ ਸਕਦਾ। ਰੰਗ ਨਾ ਲੱਗੀ ਪਾਰ ਬ੍ਰਹਮ, ਕਿਉਂਕਿ ਦੁਨਿਆਵੀ ਤੌਰ 'ਤੇ ਤਾਂ ਭਾਵੇਂ ਉਹਨੇ ਕਿੰਨੀ ਪ੍ਰਸਿੱਧੀ ਪ੍ਰਾਪਤ ਕਰ ਲਈ ਹੈ, ਪਰ ਉਸ ਪਾਰ ਬ੍ਰਹਮ, ਉਸ ਸਰਵ ਸ਼ਕਤੀਮਾਨ ਦੀਆਂ ਨਜ਼ਰਾਂ ਦੇ ਵਿੱਚ ਜੋ ਹੈ ਉਸਦਾ ਉਹ ਯੋਗ ਸਥਾਨ ਉਹ ਹਾਸਿਲ ਨਾ ਕਰ ਸਕਿਆ ਹੋਵੇ, ਭਾਵ ਜੋ ਕੁਝ ਉਸਨੇ ਜ਼ਿੰਦਗੀ ਦੇ ਵਿੱਚ ਕੀਤਾ ਹੈ ਸਭ ਦਿਖਾਵੇ ਵਾਸਤੇ ਕੀਤਾ ਹੋਵੇ, ਉਸ 'ਤੇ ਅਮਲ ਨਾ ਕੀਤਾ ਹੋਵੇ। ਅਤੇ ਅਜਿਹਾ ਮਨੁੱਖ ਜੋ ਹੈ ਲੋਕਾਂ ਨੂੰ ਤਾਂ ਬਹੁਤ ਧਾਰਮਿਕ ਸੰਤ ਪੁਰਸ਼ ਸਾਧ ਨਜ਼ਰ ਆਉਂਦਾ ਹੈ, ਪਰ ਵਾਸਤਵ ਦੇ ਵਿੱਚ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਕੀੜਾ ਹੈ, ਔਰ ਕੀੜਾ ਵੀ ਅਜਿਹਾ ਹੈ ਕਿ ਉਸ ਨੂੰ ਅੰਤ ਜੋ ਹੈ ਇਸ ਸੰਸਾਰ ਰੂਪੀ ਨਰਕ ਦੇ ਵਿੱਚ ਜੋ ਹੈ ਵਿਚਰਨਾ ਪੈਂਦਾ ਹੈ, ਕਿਉਂਕਿ ਉਸ ਜੀਵ ਦੀ ਜੋ ਹੈ ਇਸ ਸੰਸਾਰ ਤੋਂ ਕਦੇ ਵੀ ਮੁਕਤੀ ਨਹੀਂ ਹੋ ਸਕਦੀ। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਿਰਫ 5 ਸ਼ਬਦ ਜੋ ਹਨ ਇਹ ਲਏ ਹਨ, ਔਰ ਬਾਕੀ 5 ਸ਼ਬਦ ਜਿਹੜੇ ਨੇ ਉਹਨਾਂ ਦੀ ਭਾਗ 2 ਦੇ ਤਹਿਤ ਵਿਆਖਿਆ ਕਰਾਂਗੇ। ਤਦ ਤੱਕ ਲਈ ਇਜਾਜ਼ਤ। ਔਰ ਵਿਦਿਆਰਥੀ ਜੋ ਨੇ ਇਸ ਚੈਨਲ ਨੂੰ ਸੁਣਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਕਰਦੇ ਰਹਿਣ ਔਰ ਅੱਗੇ ਸ਼ੇਅਰ ਵੀ ਕਰਦੇ ਰਹਿਣ, ਤਾਂ ਜੋ ਨਵੇਂ ਵਿਦਿਆਰਥੀ ਇਸ ਚੈਨਲ ਨਾਲ ਜੁੜ ਕੇ ਇਸ ਚੈਨਲ ਦਾ ਲਾਹਾ ਉਠਾ ਸਕਣ। ਸੋ ਦਿਓ ਇਜਾਜ਼ਤ ਔਰ ਬਣੇ ਰਹੋ ਇਸ ਚੈਨਲ ਦੇ ਨਾਲ ਨਿਰੰਤਰ। ਮਿਲਦੇ ਹਾਂ ਕੱਲ੍ਹ, ਤਦ ਤੱਕ ਧੰਨਵਾਦ।